ਗੱਲ ਜੀ ਸਾਰਿਆਂ ਨੂੰ ਤੋਂ ਸ਼ੁਰੂ ਕਰਦੇ ਹਾਂ ਅੱਜ ਦਾ ਚੈਪਟਰ ਪੰਜਾਬੀ ਜਮਾਤ 12ਵੀਂ ਦਾ ਕਵਿਤਾ ਲਾਜ਼ਮੀ ਪੰਜਾਬੀ ਬੁੱਕ ਦੀ ਕਵਿਤਾ ਟੁਕੜੀ ਜਗ ਤੋਂ ਨਿਆਰੀ ਦਾ ਕਵਿਤਾ ਦਾ ਸਾਰ ਅਸੀਂ ਅੱਜ ਕਰਨਾ ਹੈ ਤਾਂ ਐਕਸਪਲੇਨੇਸ਼ਨ ਕਰਾਂਗੇ ਬਹੁਤ ਹੀ ਸਰਲ ਭਾਸ਼ਾ ਵਿੱਚ ਹਿੰਦੀ ਤੇ ਪੰਜਾਬੀ ਦੇ ਮੇਲ ਜੋੜ ਵਿੱਚ ਅਸੀਂ ਇਸ ਚੈਪਟਰ ਦਾ ਸਾਰ ਕੁਝ ਹੀ ਮਿੰਟਾਂ ਵਿੱਚ ਖਤਮ ਕਰ ਲਾਂਗੇ ਤੇ ਇਸ ਚੈਪਟਰ ਦੇ ਕੁਝ ਇੰਪੋਰਟੈਂਟ ਕੁਐਸਚਨਸ ਉਹ ਵੀ ਅਸੀਂ ਇसी ਵੀਡੀਓ ਵਿੱਚ ਕਰ ਦਵਾਂਗੇ। ਤਾਂ ਸ਼ੁਰੂ ਕਰਦੇ ਹਾਂ। ਪੰਜਾਬੀ ਜਮਾਤ 12ਵੀਂ ਲਾਜ਼ਮੀ ਪੰਜਾਬੀ ਬੁੱਕ ਦਾ ਇਹ ਕਵਿਤਾ ਹੈਗੀ ਹੈ ਟੁਕੜੀ ਜਗ ਤੋਂ ਨਿਆਰੀ। ਇਹ ਕਿਸ ਕਵੀ ਨੇ ਲਿਖੀ ਹੈ? ਕਵੀ ਭਾਈ ਵੀਰ ਸਿੰਘ ਜੀ ਨੇ ਇਹ ਕਵਿਤਾ ਲਿਖੀ ਹੈ। ਭਾਈ ਵੀਰ ਸਿੰਘ ਜੀ ਨੂੰ ਕੀ ਕਿਹਾ ਜਾਂਦਾ ਸੀ? ਪੰਜਾਬੀ ਸਾਹਿਤ ਦਾ ਪਿਤਾਮਾ, ਫਾਦਰ ਆਫ ਪੰਜਾਬੀ ਲਿਟਰੇਚਰ ਭਾਈ ਵੀਰ ਸਿੰਘ ਜੀ ਨੂੰ ਕਿਹਾ ਜਾਂਦਾ ਸੀ ਕਿਉਂਕਿ ਇਹਨਾਂ ਦੇ ਟਾਈਮ ਤੇ ਇਹਨਾਂ ਪੰਜਾਬੀ ਲਿਟਰੇਚਰ ਨੂੰ ਕੋਈ ਰਿਸਪੈਕਟ ਨਹੀਂ ਕਰਦਾ ਸੀ ਤੇ ਇਹਨਾਂ ਦੇ ਬਾਰੇ ਕੋਈ ਲਿਖਦਾ ਨਹੀਂ ਸੀ ਪਰ ਲੇਕਿਨ ਭਾਈ ਵੀਰ ਸਿੰਘ ਜੀ ਸੀ ਜਿਨ੍ਹਾਂ ਨੇ ਇਹ ਆਧੁਨਿਕ ਨਵੀਂ ਚੀਜ਼ ਸ਼ੁਰੂ ਕਰਤੀ ਤੇ 1872 ਇਹਨਾਂ ਦਾ ਜਨਮ ਹੋਇਆ ਸੀ ਅੰਮ੍ਰਿਤਸਰ ਵਿਖੇ ਤੇ 1957 ਵਿੱਚ ਇਹਨਾਂ ਦਾ ਦੇਹਾਂਤ ਹੋ ਗਿਆ ਸੀ। ਤਾਂ ਸ਼ੁਰੂ ਕਰਦੇ ਹਾਂ ਕਵਿਤਾ ਵਿੱਚ। ਇਸ ਕਵਿਤਾ ਵਿੱਚ ਅਗਰ ਅਸੀਂ ਬੇਸਿਕ ਜਾਣਨ ਦੀ ਕੋਸ਼ਿਸ਼ ਕਰੀਏ ਤਾਂ ਇਸ ਕਵਿਤਾ ਵਿੱਚ ਜੋ ਕਵੀ ਹੁੰਦਾ ਕਵੀ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਸ਼ਮੀਰ ਬਾਰੇ ਸਾਨੂੰ ਦੱਸਦੇ ਨੇ, ਉਸ ਦੀ ਸੁੰਦਰਤਾ ਬਾਰੇ ਦੱਸਦੇ ਨੇ ਤੇ ਉਸ ਸੁੰਦਰਤਾ ਬਾਰੇ ਹੀ ਉਹਨਾਂ ਨੇ ਪੂਰੀ ਕਵਿਤਾ ਲਿਖੀ ਹੈ ਤੇ ਨਾਲ ਹੀ ਨਾਲ ਉਹ ਕਸ਼ਮੀਰ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਨੇ ਤੇ ਐਕਸਪਲੇਨ ਕਰਦੇ ਨੇ ਉਸ ਦੀ ਖੂਬਸੂਰਤੀ ਕਿਵੇਂ ਬਣੀ ਤੇ ਨਾਲ ਹੀ ਉਹ ਕੁਦਰਤ ਬਾਰੇ ਵੀ ਗੱਲਾਂ ਕਰਦੇ ਨੇ ਤੇ ਕੁਦਰਤ ਦੀ ਵੀ ਉਸਤਤ ਕਰਦੇ ਨੇ। ਉਸਤਤ ਕਰਨ ਦਾ ਮਤਲਬ ਉਸ ਦੀ ਇੱਜ਼ਤ ਕਰਦੇ ਨੇ ਕਿ ਉਹਨਾਂ ਨੇ ਇੰਨਾ ਸੁੰਦਰ ਜਿਹੜਾ ਹੈ ਨਜ਼ਾਰਾ ਬਣਾਇਆ। ਤੇ ਕਵਿਤਾ ਸ਼ੁਰੂ ਹੁੰਦੀ ਹੈ ਤੇ ਕਵਿਤਾ ਵਿੱਚ ਕਵੀ ਭਾਈ ਵੀਰ ਸਿੰਘ ਜੀ ਸ਼ੁਰੂਆਤ ਕਰਦੇ ਨੇ, ਕਹਿੰਦੇ ਨੇ ਕਿ ਮੈਨੂੰ ਆਕਾਸ਼ ਵਿੱਚ ਕੁਦਰਤ ਦੀ ਦੇਵੀ ਹੈ ਜਿਹੜੀ ਉਹ ਦਿਸਦੀ ਹੈ। ਕੁਦਰਤ ਦੀ ਦੇਵੀ ਦੀ ਗੱਲ ਕੀਤੀ ਗਈ ਹੈ ਤੇ ਆਕਾਸ਼ ਵਿੱਚ ਕਹਿੰਦੇ ਨੇ ਕਿ ਉਹ ਮੈਨੂੰ ਦਿਸਦੀ ਹੈ ਤੇ ਮੈਨੂੰ ਦਿਸਦੀ ਹੈ ਕਿ ਉਹ ਖੇਡ ਰਹੀ ਹੁੰਦੀ ਹੈ, ਉਸ 'ਤੇ ਮੌਜ ਕਰ ਰਹੀ ਹੁੰਦੀ ਹੈ, ਇੱਧਰ ਉੱਧਰ ਭੱਜ ਰਹੀ ਹੁੰਦੀ ਹੈ ਤੇ ਆਸਮਾਨ ਵਿੱਚ ਉਹਨਾਂ ਨੂੰ ਕੁਦਰਤ ਦੀ ਦੇਵੀ ਖੇਡਦੀ ਹੋਈ ਨਜ਼ਰ ਆਉਂਦੀ ਹੈ ਤੇ ਉਹ ਇੱਕਦਮ ਉਹ ਰੁਕ ਜਾਂਦੀ ਹੈ, ਮੌਜ ਵਿੱਚ ਹੁੰਦੀ ਹੈ, ਰੁਕ ਜਾਂਦੀ ਹੈ ਤੇ ਕੁਦਰਤ ਆਸਮਾਨ ਜਿਹੜਾ ਹੈਵਨ ਹੁੰਦਾ ਆਸਮਾਨ 'ਚ ਮਤਲਬ ਜਿਹੜਾ ਜੰਨਤ ਸਵਰਗ ਹੁੰਦਾ ਉਸ ਵਿੱਚੋਂ ਇੱਕ ਮੁੱਠੀ ਭਰ ਲੈਂਦੀ ਹੈ। ਉਸ ਮੁੱਠੀ ਵਿੱਚ ਕਈਆਂ ਚੀਜ਼ਾਂ ਹੁੰਦੀਆਂ ਨੇ ਉਸ ਦੀ ਅਸੀਂ ਬਾਅਦ ਵਿੱਚ ਗੱਲਾਂ ਕਰਾਂਗੇ। ਉਸ ਮੁੱਠੀ ਨੂੰ ਭਰ ਲੈਂਦੀ ਹੈ ਜਿਸ ਵਿੱਚ ਸਵਰਗੀ ਨਜ਼ਾਰੇ ਹੁੰਦੇ ਨੇ। ਸਵਰਗੀ ਨਜ਼ਾਰੇ ਕੀ ਹੁੰਦੇ ਨੇ ਅਸੀਂ ਅੱਗੇ ਜਾ ਕੇ ਪੜਾਂਗੇ। ਸਵਰਗੀ ਮਤਲਬ ਸਵਰਗ ਦੇ ਸਾਰੇ ਨਜ਼ਾਰੇ ਹੁੰਦੇ ਨੇ ਤੇ ਉਹ ਮੁੱਠੀ ਨੂੰ ਨਾ ਧਰਤੀ ਵੱਲ ਸੁੱਟ ਦਿੰਦੀ ਹੈ। ਉਹ ਕਹਿੰਦੇ ਨੇ ਕਿ ਉਹ ਮੁੱਠੀ ਨੂੰ ਫੜ ਕੇ ਧਰਤੀ ਵੱਲ ਖੇਡਦੇ ਹੀ ਉਹ ਸੁੱਟ ਦਿੰਦੀ ਹੈ ਤੇ ਜਿੱਥੇ ਵੀ ਉਹ ਸੁੱਟਦੀ ਹੈ ਨਾ ਉਸ ਥਾਂ ਤੇ ਕਸ਼ਮੀਰ ਜੋ ਕਿ ਬਹੁਤ ਸੁੰਦਰ ਤੇ ਅਲੌਕਿਕ ਜਗ੍ਹਾ ਹੈ ਉਹ ਪ੍ਰਗਟ ਹੋ ਜਾਂਦੀ ਹੈ। ਅਲੌਕਿਕ ਦਾ ਮਤਲਬ ਹੁੰਦਾ ਇਸ ਧਰਤੀ ਤੋਂ ਜਿਹੜਾ ਲੱਗਦਾ ਉਹ ਇਸ ਧਰਤੀ ਦਾ ਨਹੀਂ ਹੈ, ਇਸ ਧਰਤੀ ਤੋਂ ਅਲੱਗ ਹੈ। ਇਹ ਉਹਨਾਂ ਨੂੰ ਬੋਲਦੇ ਨੇ ਕਿ ਜਿਸ ਥਾਂ ਵੀ ਉਹ ਮੁੱਠੀ ਨੂੰ ਫੇਕਦੇ ਨੇ ਉਸ ਥਾਂ ਕਸ਼ਮੀਰ ਵਾਂਗ ਸੁੰਦਰ ਜਿਹੜੀ ਹੈ ਅਲੌਕਿਕ ਜਗ੍ਹਾ ਪ੍ਰਗਟ ਹੋ ਜਾਂਦੀ ਹੈ। ਤਾਂ ਇਹ ਕਵਿਤਾ ਦੀ ਸਟਾਰਟ ਵਿੱਚ ਕਹਿੰਦੇ ਨੇ ਸਾਡੇ ਕਵੀ ਭਾਈ ਵੀਰ ਸਿੰਘ ਜੀ, ਇਹ ਕਹਿੰਦੇ ਨੇ ਆਕਾਸ਼ ਵਿੱਚ ਉਹਨਾਂ ਨੂੰ ਕੁਦਰਤ ਦੀ ਦੇਵੀ ਦਿਖਦੀ ਹੈ ਜੋ ਕਿ ਖੇਡ ਰਹੀ ਹੁੰਦੀ ਹੈ, ਮੌਜ ਵਿੱਚ ਹੁੰਦੀ ਹੈ ਤੇ ਉਹ ਮੁੱਠੀ ਫੜ ਲੈਂਦੀ ਹੈ। ਮੁੱਠੀ ਵਿੱਚ ਕੀ ਹੁੰਦਾ ਸਵਰਗੀ ਨਜ਼ਾਰੇ ਹੁੰਦੇ ਤੇ ਉਹ ਮੁੱਠੀ ਨੂੰ ਜ਼ਮੀਨ ਵੱਲ ਸੁੱਟ ਦਿੰਦੀ ਹੈ, ਧਰਤੀ ਵੱਲ ਸੁੱਟ ਦਿੰਦੀ ਹੈ ਤੇ ਜਿੱਥੇ ਵੀ ਉਹ ਮੁੱਠੀ ਗਿਰਦੀ ਹੈ ਉੱਥੇ ਕਸ਼ਮੀਰ ਜਿਹੜੀ ਸੁੰਦਰ ਜਗ੍ਹਾ ਹੈ ਉਹ ਪ੍ਰਗਟ ਹੋ ਜਾਂਦੀ ਹੈ ਤੇ ਉਸ ਥਾਂ ਇੱਕਦਮ ਬਹੁਤ ਜ਼ਿਆਦਾ ਖੁਸ਼ੀਆਂ ਬਹਾਰ ਪ੍ਰਗਟ ਹੋ ਜਾਂਦੀ ਹੈ ਕਿਉਂਕਿ ਉਹ ਕੁਦਰਤ ਦੀ ਦੇਵੀ ਨੇ ਸਵਰਗੀ ਨਜ਼ਾਰੇ ਧਰਤੀ ਤੇ ਮੁੱਠੀ ਨਾਲ ਸੁੱਟੇ ਹੁੰਦੇ ਹਨ। ਤੇ ਅਸੀਂ ਗੱਲ ਕਰਦੇ ਹਾਂ ਕਿ ਮੁੱਠੀ ਵਿੱਚ ਕੀ ਆਇਆ। ਸਾਨੂੰ ਪਤਾ ਕਿ ਮੁੱਠੀ ਵਿੱਚ ਜਿਹੜਾ ਸਵਰਗੀ ਨਜ਼ਾਰੇ ਆਏ ਸੀ। ਸਵਰਗੀ ਮਤਲਬ ਜਿਹੜਾ ਮੈਂ ਤੁਹਾਨੂੰ ਦੱਸਿਆ ਸਵਰਗ ਦੇ ਸਾਰੇ ਨਜ਼ਾਰੇ। ਸਵਰਗ ਕਿੰਨਾ ਸੁੰਦਰ ਹੁੰਦਾ ਅਸੀਂ ਸੁਣਿਆ ਕਿ ਸਵਰਗ 'ਚ ਬੜਾ ਰਾਜੇ ਮਹਾਰਾਜੇ ਜਦ ਮਰਨ ਤੋਂ ਬਾਅਦ ਐਵੇਂ ਕਹਿੰਦੇ ਨੇ ਕਿ ਜਾਂਦੇ ਨੇ ਬਹੁਤ ਸੁੰਦਰ ਜਗ੍ਹਾ ਹੁੰਦੀ ਹੈ ਤਾਂ ਐਵੇਂ ਅਸੀਂ ਉਸ ਨੂੰ ਕਹਿੰਦੇ ਨੇ ਕਿ ਸਵਰਗੀ ਨਜ਼ਾਰੇ ਬਹੁਤ ਸੁੰਦਰ ਨਜ਼ਾਰੇ ਉੱਥੇ ਡਿੱਗ ਜਾਂਦੇ ਨੇ। ਤੇ ਮੁੱਠੀ ਵਿੱਚ ਕੀ ਚੀਜ਼ ਆਉਂਦੀ ਹੈ ਸਵਰਗੀ ਨਜ਼ਾਰੇ ਆਉਂਦੇ ਨੇ ਤਾਂ ਉਹਨਾਂ ਸਵਰਗੀ ਨਜ਼ਾਰੇ ਬਾਰੇ ਤੇ ਗੱਲ ਕੀਤੀ ਗਈ ਹੈ। ਕਿਹੜੇ ਪ੍ਰਕਾਰ ਦੇ ਸਵਰਗੀ ਨਜ਼ਾਰੇ ਹੁੰਦੇ ਨੇ ਉਹਨਾਂ ਦੀ ਪ੍ਰਕਾਰ ਦੀ ਗੱਲਾਂ ਕੀਤੀ ਗਈ ਹੈ। ਪਹਿਲਾ ਟਿੱਬੇ ਕੀ ਹੁੰਦੇ ਨੇ? ਟਿੱਬੇ ਹੁੰਦੇ ਨੇ ਵੈਲੀਆਂ, ਵੈਲੀਜ਼ ਹੁੰਦੀ ਹੈ ਜਿਹੜੇ ਉੱਚੇ ਨੀਵੇਂ ਪਹਾੜ ਜਿਵੇਂ ਹੁੰਦੇ ਨੇ ਸਟਰਕਚਰ ਉਹਨਾਂ ਨੂੰ ਟਿੱਬੇ ਕਿਹਾ ਜਾਂਦਾ ਹੈ। ਤੇ ਦੂਜਾ ਪਹਾੜ ਦੀ ਗੱਲ ਕੀਤੀ ਹੈ, ਪਹਾੜ ਵੀ ਮੁੱਠੀ ਵਿੱਚ ਆਉਂਦੇ ਨੇ, ਨਦੀਆਂ ਆਉਂਦੀਆਂ ਨੇ, ਝੀਲਾਂ ਆਉਂਦੀਆਂ ਨੇ ਤੇ ਬਰਫ਼ ਅਸੀਂ ਦੇਖਿਆ ਕਸ਼ਮੀਰ ਵਿੱਚ ਬਰਫ਼ਾਂ ਨੇ ਤੇ ਮੀਂਹ ਵੀ ਆਉਂਦੀ ਹੈ ਤੇ ਧੁੱਪ ਵੀ ਆਉਂਦੀ ਹੈ, ਵਨ ਵੀ ਆਉਂਦੇ ਨੇ, ਬੱਦਲ ਵੀ ਆਉਂਦੇ ਨੇ ਤੇ ਝਰਨੇ ਵੀ ਆਉਂਦੇ ਨੇ ਉਹਨਾਂ ਮੁੱਠੀ ਵਿੱਚ ਤੇ ਉਹ ਉਹਨਾਂ ਮੁੱਠੀ ਨੂੰ
ਸੁੱਟ ਦਿੰਦੀ ਹੈ ਧਰਤੀ ਵੱਲ, ਤੇ ਜਿਸ ਕਾਰਨ ਉਸ ਥਾਂ ਤੇ ਧਰਤੀ ਤੇ ਜਿਹੜਾ ਸਾਨੂੰ ਇੱਕ ਅਲੌਕਿਕ ਨਜ਼ਾਰਾ, ਸਵਰਗ ਵਾਂਗੂ ਨਜ਼ਾਰਾ ਦੇਖਣ ਨੂੰ ਮਿਲਦਾ ਹੈ, ਜਿਹੜਾ ਹੁੰਦਾ ਹੈ ਕਸ਼ਮੀਰ, ਸਾਨੂੰ ਪ੍ਰਗਟ ਹੁੰਦਾ ਮਿਲਦਾ ਹੈ। ਤੇ ਅਸੀਂ ਗੱਲ ਕਰਦੇ ਹਾਂ ਕਿ ਉਸ ਦੀ ਜੋ ਕਸ਼ਮੀਰ ਦੀ ਖੂਬਸੂਰਤੀ ਹੈ ਉਹ ਲਿਸ਼ਕਾਰੇ ਮਾਰਦੀ ਹੈ। ਲਿਸ਼ਕਾਰੇ ਮਾਰਨ ਦਾ ਕੀ ਮਤਲਬ ਹੁੰਦਾ? ਲਿਸ਼ਕਾਰੇ ਮਾਰਨ ਦਾ ਮਤਲਬ ਚਮਕਦਾ। ਜਿਹੜੀ ਕਸ਼ਮੀਰ ਦੀ ਖੂਬਸੂਰਤੀ ਹੁੰਦੀ ਹੈ, ਉਹਨਾਂ ਦੇ ਜਿਹੜੇ ਪਹਾੜ ਨੇ, ਉਹਨਾਂ ਦੇ ਜੋ ਬਰਫ਼ ਨੇ, ਉਹ ਚਮਕਦੀ ਹੈ। ਉਹਨਾਂ ਨੂੰ ਇੰਨੀ ਸੁੰਦਰ ਲੱਗਦੀ ਹੈ ਕਿ ਉਹ ਕਹਿੰਦੇ ਨੇ ਕਿ ਇਹ ਜੋ ਖੂਬਸੂਰਤੀ ਜੇ ਉਹ ਚਮਕਦੀ ਹੈ ਆਸਮਾਨਾਂ ਵਿੱਚ, ਤੇ ਉਹਨਾਂ ਨੂੰ ਬਹੁਤ ਅਲੌਕਿਕ ਲੱਗਦੀ ਹੈ। ਅਲੌਕਿਕ ਅਗੇਨ ਉਹੀ ਸ਼ਬਦ ਹੈ ਅਲੌਕਿਕ। ਅਲੌਕਿਕ ਦਾ ਮਤਲਬ ਹੁੰਦਾ ਹੈ ਬਹੁਤ ਹੀ ਜ਼ਿਆਦਾ ਸੁੰਦਰ ਔਰ ਇਸ ਧਰਤੀ ਤੋਂ ਅਲੱਗ ਉਹਨਾਂ ਨੂੰ ਲੱਗਦੀ ਹੈ। ਤਾਂ ਇਹੀ ਹੋ ਗਿਆ ਸਾਰੇ ਚੈਪਟਰ ਦੀ ਐਕਸਪਲੇਨੇਸ਼ਨ, ਸੌਰੀ ਕਵਿਤਾ ਦੀ ਐਕਸਪਲੇਨੇਸ਼ਨ, ਜੋ ਕਿ ਭਾਈ ਵੀਰ ਸਿੰਘ ਜੀ ਨੇ ਲਿਖੀ ਸੀ। ਟੁਕੜੀ ਜਗ ਤੋਂ ਨਿਆਰੀ, ਦੇਖੋ ਟੁਕੜੀ ਜਗ ਤੋਂ ਨਿਆਰੀ ਹੀ ਦਾ ਮਤਲਬ ਵੀ ਕਸ਼ਮੀਰ ਬਣਦਾ ਹੈ। ਟੁਕੜੀ ਹੁੰਦਾ ਇੱਕ ਛੋਟੀ ਸੀ ਜਗ੍ਹਾ ਨੂੰ ਟੁਕੜੀ ਕਹਿੰਦੇ ਨੇ, ਤੇ ਜਗ ਮਤਲਬ ਦੁਨੀਆ ਤੋਂ ਨਿਆਰੀ ਮਤਲਬ ਪੂਰੀ ਦੁਨੀਆ ਤੋਂ ਸੁੰਦਰ ਜਗ੍ਹਾ ਜਿਹੜੀ ਕਸ਼ਮੀਰ ਦੀ ਗੱਲ ਕੀਤੀ ਗਈ ਹੈ। ਤਾਂ ਦੁਬਾਰਾ ਇੱਕ ਵਾਰੀ ਰਿਵੀਜ਼ਨ ਕਰਦੇ ਹਾਂ। ਆਕਾਸ਼ ਵਿੱਚ ਜਦ ਕਵੀ ਦੇਖਦੇ ਨੇ ਤਾਂ ਉਹਨਾਂ ਨੂੰ ਕੁਦਰਤ ਦੀ ਦੇਵੀ ਦਿਸਦੀ ਹੈ, ਉਹ ਖੇਡ ਰਹੀ ਹੁੰਦੀ ਹੈ, ਤੇ ਉਹ ਇੱਕ ਮੁੱਠੀ ਵਿੱਚ ਸਵਰਗੀ ਨਜ਼ਾਰੇ ਭਰ ਲੈਂਦੀ ਹੈ, ਤੇ ਇੱਕ ਥਾਂ ਰੁਕਦੀ ਹੈ ਤੇ ਧਰਤੀ ਵੱਲ ਉਹ ਮੁੱਠੀ ਨੂੰ ਸੁੱਟ ਦਿੰਦੀ ਹੈ, ਤੇ ਜਿਹੜੀ ਥਾਂ ਉਹ ਮੁੱਠੀ ਸੁੱਟਦੀ ਹੈ ਉਸ ਥਾਂ ਕਸ਼ਮੀਰ ਵਾਂਗ ਜੋ ਸੁੰਦਰ ਜਗ੍ਹਾ ਹੈ ਉਹ ਪ੍ਰਗਟ ਹੋ ਜਾਂਦੀ ਹੈ, ਤੇ ਉਸ ਥਾਂ ਹਲੇ ਤੱਕ ਖੁਸ਼ੀਆਂ ਬਹਾਰ ਆ ਜਾਂਦੀ ਹੈ। ਤੇ ਉਸ ਮੁੱਠੀ ਵਿੱਚ ਕੀ ਹੁੰਦਾ ਹੈ? ਉਸ ਮੁੱਠੀ ਵਿੱਚ ਟਿੱਬੇ ਹੁੰਦੇ ਨੇ, ਪਹਾੜ ਹੁੰਦੇ ਨੇ, ਨਦੀਆਂ ਹੁੰਦੀਆਂ ਨੇ, ਝੀਲਾਂ ਹੁੰਦੀਆਂ ਨੇ, ਬਰਫ਼, ਮੀਂਹ, ਵਨ, ਧੁੱਪ, ਬੱਦਲ, ਝਰਨੇ ਆਦਿ ਜਿਹੜੇ ਸਵਰਗੀ ਨਜ਼ਾਰੇ ਨੇ ਉਹ ਉੱਥੇ ਸੁੱਟਦੀ ਹੈ, ਜਿਸ ਕਰਕੇ ਇਹ ਧਰਤੀ ਤੇ ਅਲੌਕਿਕ, ਧਰਤੀ ਦਾ ਤਾਂ ਹਿੱਸਾ ਹੁੰਦੀਆਂ ਨੇ ਪਰ ਐਵੇਂ ਲੱਗਦਾ ਕਿ ਉਹ ਅਲੌਕਿਕ ਹੈ, ਧਰਤੀ ਤੋਂ ਅਲੱਗ ਹੈ, ਸੁੰਦਰ ਸਵਰਗ ਵਾਂਗੂ ਹੈ, ਉਹ ਨਜ਼ਾਰੇ ਉੱਥੇ ਮਿਲਦੇ ਨੇ। ਉਸ ਲਈ ਕਸ਼ਮੀਰ ਨੂੰ ਬਹੁਤ ਸੁੰਦਰ ਕਿਹਾ ਗਿਆ, ਤੇ ਉਸ ਦੀ ਜੋ ਖੂਬਸੂਰਤੀ ਹੈ ਉਹ ਲਿਸ਼ਕਾਰੇ ਮਾਰਦੀ ਹੈ। ਇਸ ਚੈਪਟਰ ਦਾ ਅਸੀਂ ਐਕਸਪਲੇਨੇਸ਼ਨ ਕਰ ਲਿਆ, ਕੁਝ ਇੰਪੋਰਟੈਂਟ ਕਰ ਲਿਆ ਨੇ, ਤੇ ਕੁਝ ਇੰਪੋਰਟੈਂਟ ਕੁਐਸਚਨਸ ਨੇ ਕਿ ਜਿਹੜੇ ਕਵੀ ਨੂੰ ਕੁਦਰਤ ਦੀ ਦੇਵੀ ਕਿੱਥੇ ਦਿਸਦੀ ਹੈ, ਆਕਾਸ਼ ਵਿੱਚ, ਜਾਂ ਉਲਟਾ ਕਰਕੇ ਕੁਐਸਚਨ ਆ ਸਕਦਾ ਹੈ ਇਸ ਨੂੰ ਕਿ ਕੁਦਰਤ ਦੀ ਦੇਵੀ ਕਵੀ ਨੂੰ ਕਿਸ ਥਾਂ ਤੇ ਨਜ਼ਰ ਆਉਂਦੀ ਹੈ? ਆਕਾਸ਼ ਵਿੱਚ। ਤੇ ਕੀ ਕਰ ਰਹੀ ਹੁੰਦੀ ਹੈ? ਉਹ ਖੇਡ ਰਹੀ ਹੁੰਦੀ ਹੈ ਉੱਥੇ। ਤੇ ਮੁੱਠੀ ਵਿੱਚ ਜਿਹੜੀ ਹੈ ਕੁਦਰਤ ਦੀ ਦੇਵੀ ਉਹ ਕੀ ਭਰਦੀ ਹੈ? ਤੁਸੀਂ ਲਿਖਣਾ ਸਵਰਗੀ ਨਜ਼ਾਰੇ ਪੜ੍ਹਦੀ ਹੈ। ਉਸ ਸਵਰਗੀ ਨਜ਼ਾਰੇ ਵਿੱਚ ਟਿੱਬੇ, ਪਹਾੜ, ਨਦੀਆਂ, ਝੀਲਾਂ, ਬਰਫ਼, ਮੀਂਹ, ਵਨ, ਧੁੱਪ, ਬੱਦਲ, ਝਰਨੇ ਆਦਿ ਆ ਜਾਂਦੇ ਨੇ। ਤੇ ਸਾਨੂੰ ਪੁੱਛਿਆ ਜਾਏਗਾ ਕਿ ਕਵਿਤਾ ਦਾ ਸਾਰ ਲਿਖੋ, ਤਾਂ ਤੁਸੀਂ ਜੋ ਮੈंने ਪੂਰਾ ਸਮਝਾਇਆ ਸਾਰ ਉਸ ਬਾਰੇ ਲਿਖਣਾ ਹੈ ਕਿ ਕਵੀ ਆਕਾਸ਼ ਵਿੱਚ ਕੁਦਰਤ ਦੀ ਦੇਵੀ ਨੂੰ ਵੇਖਦਾ ਹੈ ਜਾਂ ਕਿ ਖੇਡ ਰਹੀ ਹੁੰਦੀ ਹੈ, ਉਹ ਮੁੱਠੀ ਭਰਦੀ ਹੈ ਸਵਰਗੀ ਨਜ਼ਾਰਿਆਂ ਦੀ, ਤੇ ਧਰਤੀ ਵੱਲ ਸਿੱਟ ਦਿੰਦੀ ਹੈ। ਜਿਸ ਜਗ੍ਹਾ ਸਿੱਟਦੀ ਹੈ ਉਸ ਥਾਂ ਕਸ਼ਮੀਰ ਜਿਹੜਾ ਪ੍ਰਗਟ ਹੋ ਜਾਂਦਾ ਹੈ। ਤਾਂ ਤੁਸੀਂ ਲਿਖਣਾ ਹੈ ਕਿ ਸਵਰਗੀ ਨਜ਼ਾਰੇ ਵਿੱਚ ਕੀ ਆਉਂਦਾ ਹੈ। ਤੇ ਕਵੀ ਬੋਲਦਾ ਹੈ ਕਿ ਜਿਹੜੀ ਕਸ਼ਮੀਰ ਦੀ ਸੁੰਦਰਤਾ ਹੈ ਉਹ ਲਿਸ਼ਕਾਰੇ ਮਾਰਦੀ ਹੈ। ਐਕਸਪਲੇਨ ਕਰੋ। ਇਸ ਦਾ ਇਹ ਮਤਲਬ ਹੁੰਦਾ ਹੈ ਕਿ ਜਿਹੜੀ ਕਸ਼ਮੀਰ ਦੀ ਖੂਬਸੂਰਤੀ ਹੈ ਉਹ ਚਮਕ ਰਹੀ ਹੈ ਤੇ ਬਹੁਤ ਚੰਗੀ ਤਰ੍ਹਾਂ ਨਾਲ ਉਸ ਨੂੰ ਵਿਖ ਰਹੀ ਹੈ। ਤਾਂ ਆਈ ਚੈਪਟਰ ਸੀ ਸਾਡਾ ਪੂਰਾ ਖਤਮ ਹੋ ਗਿਆ ਚੈਪਟਰ। ਹੋਪ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਰ ਲੈਣਾ, ਚੈਨਲ ਨੂੰ ਲਾਈਕ ਕਰ ਲੈਣਾ, ਤੇ ਅੱਗੇ ਵਾਸਤੇ ਸਾਨੂੰ ਜੁਆਇਨ ਕਰਕੇ ਰੱਖਣਾ। ਅੱਗੇ ਦੇ ਚੈਪਟਰ ਵੀ ਜ਼ਰੂਰ ਅਸੀਂ ਡਾਲਦੇ ਰਹਾਂਗੇ।